ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। 5 ਸਾਲ ਬਾਅਦ ਜ਼ਮਾਨਤ ਤੇ ਆਏ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ। ਫਿਲੌਰ 'ਚ ਦੋ ਧਿਰਾਂ ਵਿੱਚ ਖੂਨੀ ਝੜਪ, ਦਹਿਸ਼ਤ ਦਾ ਮਾਹੌਲ। ਰੂਸ ਵੱਲੋਂ ਸੀਜ਼ ਫਾਇਰ ਦਾ ਐਲਾਨ। ਹਰਜੀਤ ਗਰੇਵਾਲ ਵੱਲੋਂ ਦਾਅਵਾ, ਪੰਜਾਬ ਵਿੱਚ ਭਾਜਪਾ ਦੀ ਬਣੇਗੀ ਸਰਕਾਰ। ਅਤੇ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ, ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਹੋਣਾ ਪਵੇਗਾ ਇਕੱਠਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ ਉਹ ਜੇਲ੍ਹ ਵਿੱਚ ਬੰਦ ਸੀ ਅਤੇ 5 ਸਾਲ ਬਾਅਦ ਜ਼ਮਾਨਤ ਤੇ ਬਾਹਰ ਆਇਆ ਸੀ। ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਮ ਤੀਰਥ ਰੋਡ ਵਜੋਂ ਹੋਈ ਹੈ। ਗੁਰਦੀਪ ਜੋ ਆਪਣੇ ਨਿੱਜੀ ਕੰਮ ਲਈ ਪਿੰਡ ਕਾਲੇ ਗੋਬਰ ਗੈਸ ਪਲਾਂਟ ਦੇ ਨੇੜੇ ਆਇਆ ਸੀ, ਇਸ ਦੌਰਾਨ ਲਾਲਾ ਨਾਮਕ ਵਿਅਕਤੀ ਵੱਲੋਂ ਉਸ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਨੂੰ 2 ਗੋਲੀਆਂ ਲੱਗੀਆਂ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ 'ਚ ਜੁਟੀ ਹੋਈ ਹੈ। ਇਹਦਾ ਮੈਟਰ ਹੈ ਜੀ, ਗੁਰਦੀਪ ਸਿੰਘ ਸਨ ਆਫ ਜੋਗਿੰਦਰ ਸਿੰਘ ਆ, ਆਨੰਦਪੁਰੀ ਮਹੱਲੇ ਰਹਿੰਦਾ ਆ। ਪਹਿਲਾਂ ਇਹ ਆਪਸ 'ਚ ਇੱਕ ਦੂਜੇ ਦੇ ਚਾਚਾ ਭਤੀਜੇ ਹੀ ਏ। ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ। ਇਹ ਜਿਹੜਾ ਮੁੰਡਾ ਜਿਹਨੇ ਕਤਲ ਕੀਤਾ ਆ, ਅਮਨਦੀਪ ਸਿੰਘ ਲੱਲਾ ਪੁੱਤਰ ਹਰਜਿੰਦਰ ਸਿੰਘ, ਪੱਪੂ ਕਹਿੰਦੇ ਇਹਨੂੰ, ਹਰਜਿੰਦਰ ਸਿੰਘ ਨੂੰ। ਇਹਨੇ ਜਿਹੜਾ ਅਮਨਦੀਪ ਦਾ ਜਿਹੜਾ ਪਿਤਾ ਸੀਗਾ, ਇਹਨਾਂ ਨੇ ਪਹਿਲਾਂ ਇਹਨਾਂ ਨੇ ਕਤਲ ਕੀਤਾ ਸੀ ਗੁਰਦੀਪ ਸਿੰਘ ਹੋਰਾਂ ਨੇ, ਜਿਨ੍ਹਾਂ ਦਾ ਹੁਣ ਮਰਡਰ ਹੋਇਆ। ਅਤੇ ਕੋਈ 12 ਕੁ ਵਜੇ ਦੇ ਕਰੀਬ ਉਹ ਮੁੰਡਾ ਜਿਹੜਾ ਲੱਲਾ ਆ ਉਹ ਗੋਲੀਆਂ ਮਾਰ ਕੇ ਤੇ ਇਹਨੂੰ। ਕਿੰਨੀਆਂ ਗੋਲੀਆਂ ਵੱਜੀਆਂ? 2 ਗੋਲੀਆਂ ਲੱਗੀਆਂ ਛਾਤੀ ਦੇ ਵਿੱਚ 2 ਗੋਲੀਆਂ। ਸਰ ਇੱਕ ਬੰਨੇ ਹਥਿਆਰ ਜਮ੍ਹਾਂ, ਇਹਦੇ ਹਥਿਆਰ ਕਿੱਥੋਂ ਕੋਈ ਜਮ੍ਹਾਂ ਆ ਰਹੇ? ਇਹ ਹਥਿਆਰ ਇਨਲੀਗਲ ਹੋ ਸਕਦਾ ਜੀ। ਜਿਹੜੇ ਜਮ੍ਹਾਂ ਵਾਲੇ ਹਥਿਆਰ ਆ ਉਹ ਇਹ ਜਮ੍ਹਾਂ ਤੇ ਨਜਾਇਜ਼ੀ ਹਥਿਆਰ ਏ। ਜਿਹੜਾ ਬੰਦੇ ਇਹੋ ਜਿਹੇ ਕ੍ਰਿਮੀਨਲ ਹੁੰਦੇ ਆ ਉਹ ਕੋਈ ਲਾਇਸੈਂਸੀ ਨਾਲ ਤੇ ਕੋਈ ਕਿਹੜਾ ਹਥਿਆਰ ਹੈ, ਕਿਹੜੀ ਹਥਿਆਰ ਨਾਲ ਚੱਲੀ ਹੋਈ? ਇਹ ਤੇ ਹੁਣ ਐਕਸਪਰਟ ਦੱਸਣਗੇ ਜੀ। ਗੋਲੀ ਹੁਣ ਪਤਾ ਨੇ ਖੋਲ ਕੋਈ ਮਿਲਿਆ ਨਹੀਂ ਜੀ। ਸਰ ਕੋਈ ਅਰੈਸਟ ਪਈ ਇਸ ਬੰਦੇ? ਨਹੀਂ ਜੀ, ਕਿਸੇ ਦੀ ਅਜੇ ਅਰੈਸਟ ਨਹੀਂ ਪਾਈ। ਸਰ ਕੋਈ ਪੁਰਾਣੀ ਤਫਤੀਸ਼ ਪੁਰਾਣੀ ਰੰਜਿਸ਼ ਵੀ ਕੀ ਹੁਣ ਮਸਲਾ ਕੀ ਹੋਇਆ, ਕਿਸ ਗੱਲ ਤੋਂ ਲੈ ਕੇ ਲੜਾਈ ਤਾਂ ਲੱਗੀ ਹੈ? ਕਿਸੇ ਗੱਲ ਤੋਂ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ, ਜਿਹਦੇ ਕਰਕੇ ਪਹਿਲਾਂ ਇਹਨਾਂ ਨੇ ਮਰਡਰ ਕੀਤਾ ਸੀ। ਦੁਸ਼ਮਣੀ ਦਾ ਸਿੱਟਾ ਹੈ। ਨਹੀਂ ਅੱਜ ਇੱਥੇ ਆਇਆ ਨਾ, ਇੱਥੇ ਕੀ ਕਰਨ ਆਇਆ ਸੀ? ਉਹ ਕਿਸੇ ਆਪਣੇ ਕੰਮ ਆਇਆ ਹੋਊਗਾ ਜੀ, ਉਹਦੇ ਵੈਰੀਫਾਈ ਕਰ ਰਹੇ ਆ। ਲੱਲਾ ਇੱਥੋਂ ਦਾ ਹੀ, ਧਕਾਨੂਪੁਰ ਕਾਲਾ। ਸਰ ਜਿੱਥੇ ਤੁਸੀਂ ਇਸ ਟਾਈਮ ਇਨਵੈਸਟੀਗੇਸ਼ਨ ਕਰ ਰਹੇ ਹੋ, ਇਹ ਕਿਹਦਾ ਘਰ ਹੈ ਜੀ? ਇਹ ਉਹਦਾ ਅਮਨਦੀਪ ਸਿੰਘ ਲੱਲੇ ਦਾ ਘਰ ਹੈ ਜੀ। ਠੀਕ ਹੈ, ਤੇ ਉਹ ਇਸ ਟਾਈਮ ਫਰਾਰ ਹੈ ਜੀ? ਉਹ ਫਰਾਰ ਹੈ ਜੀ। ਹਾਂਜੀ, ਹੁਣ ਅਗਲੀ ਆਪਣੀ ਕਾਰਵਾਈ ਕੀ ਹੈਗੀ? ਤੇ ਦੋਸ਼ੀਆਂ ਨੂੰ ਫੜਾਂਗੇ ਜੀ, ਫੜ ਕੇ ਸਾਰੀ ਕਾਰਵਾਈ ਕਰਾਂਗੇ। ਫਿਲੌਰ ਦੇ ਮੁਹੱਲਾ ਸੰਤੋਖਪੁਰਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ 2 ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੀ ਔਰਤ ਫੂਲਵਤੀ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਦਾਣੇ ਲੈਣ ਗਏ ਸਨ ਤੇ ਉੱਥੇ ਮੌਜੂਦ ਦੂਜੀ ਧਿਰ ਬਾਬੂ ਰਾਮ ਤੇ ਉਸ ਦੇ ਪਰਿਵਾਰ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, ਉਹਨਾਂ ਵੱਲੋਂ ਦੋਵਾਂ ਨਾਲ ਕੁੱਟਮਾਰ ਕਰਕੇ ਬੰਨ੍ਹ ਕੇ ਜ਼ਿਆਦਤੀ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਮੁਹੱਲਾ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਫਿਲੌਰ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਜਲੰਧਰ ਇਲਾਜ ਲਈ ਭੇਜ ਦਿੱਤਾ ਗਿਆ। ਇਸ ਬਾਬਤ ਜਦ ਦੂਜੀ ਧਿਰ ਬਾਬੂ ਰਾਮ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਹੈ, ਜਿਸ ਕਾਰਨ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ। ਇਸ ਸੰਬੰਧੀ ASI ਸੁਭਾਸ਼ ਨੇ ਦੱਸਿਆ ਕਿ ਉਹ ਇਸ ਮਾਮਲੇ ਸੰਬੰਧੀ ਪੜਤਾਲ ਕਰਨਗੇ ਤੇ ਜੋ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੜਾਈ ਝਗੜਾ ਜਿਹੜਾ ਸੰਤੋਖਪੁਰੇ ਮੁਹੱਲੇ ਹੋਇਆ, ਉਸ ਸੰਬੰਧੀ ਮੇਰੇ ਕੋਲ MLR ਥਾਣੇ ਮਸੂਲ ਹੋਈ ਹੈ। ਉਸ ਸੰਬੰਧੀ ਮੈਂ ਜਿਹੜੀ ਇਨਕੁਆਇਰੀ ਕਰ ਰਿਹਾ, ਜੋ ਵੀ ਬਣਦੀ ਕਾਰਵਾਈ ਮੈਂ ਕਰਾਂਗਾ। ਦੇਖੋ ਬਾਥਰੂਮ ਕਹਿ ਰਹੇ ਆ ਪਾਇਆ ਸਾਡੇ ਮੂੰਹ ਦੇ ਵਿੱਚ, ਇਦਾਂ ਦੀ ਗੱਲ ਨਹੀਂ ਇਸ ਸੰਬੰਧੀ ਕੋਈ ਗੱਲ ਨਹੀਂ ਹੈਗੀ। ਕੋਈ ਫਿਰ ਵੀ ਜੇ ਕੋਈ ਗੱਲ ਮੇਰੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਮੈਂ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗਾ। ਸਰ ਲੜਾਈ ਦਾ ਕਾਰਨ ਪਤਾ ਲੱਗ ਸਕਿਆ? ਕਾਰਨ ਕੋਈ ਪਤਾ ਨਹੀਂ। ਉੱਥੇ ਦਾਣੇ ਵਗੈਰਾ ਬਣਦੇ ਸੀ ਜਿਹੜੇ ਗਰੀਬ ਪਰਿਵਾਰਾਂ ਨੂੰ ਮਿਲਦੇ ਆ। ਉਹਦੇ ਸੰਬੰਧ 'ਚ ਮੈਂ ਜਾ ਕੇ ਦੇਖਦਾ ਵੀ ਕਾਹਦੇ ਸੰਬੰਧ 'ਚ ਲੜਾਈ ਹੋਈ ਹੈ, ਦਾਣੇ ਦੇ ਸੰਬੰਧ 'ਚ ਹੋਈ ਹੈ ਜਾਂ ਕਿਸੇ ਹੋਰ ਪੁਰਾਣੀ ਰੰਜਿਸ਼ ਦੇ ਸੰਬੰਧ 'ਚ ਹੋਈ ਹੈ। ਓਕੇ, ਠੀਕ ਹੈ, ਧੰਨਵਾਦ। ਰੂਸ ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਰੂਸ ਨੇ 2 ਸ਼ਹਿਰਾਂ 'ਚ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਸਮੇਂ ਅਨੁਸਾਰ ਸਵੇਰੇ 11:30 ਵਜੇ ਤੋਂ ਸੀਜ਼ ਫਾਇਰ ਹੋ ਗਈ ਹੈ। ਜਾਣਕਾਰੀ ਮੁਤਾਬਕ ਸੀਜ਼ ਫਾਇਰ ਦਾ ਐਲਾਨ ਜੰਗ 'ਚ ਫਸੇ ਆਮ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਨੂੰ ਟਕਰਾਅ ਵਾਲੇ ਖੇਤਰਾਂ ਵਿੱਚ ਜੰਗਬੰਦੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਉਹ ਲਗਭਗ 3000 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਸਕੇ। ਭਾਰਤ ਸਰਕਾਰ ਹੁਣ ਤੱਕ 20,000 ਦੇ ਕਰੀਬ ਵਿਦਿਆਰਥੀਆਂ ਨੂੰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਸਹੀ ਸਲਾਮਤ ਘਰ ਵਾਪਸੀ ਕਰਵਾ ਚੁੱਕੀ ਹੈ ਅਤੇ ਬਾਕੀ ਦੇ ਰਹਿੰਦੇ ਵਿਦਿਆਰਥੀ ਵੀ ਭਾਰਤ ਵਾਪਸ ਲਿਆਂਦੇ ਜਾਣਗੇ।
ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦਾ। ਗਰੇਵਾਲ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੂਸ ਤੇ ਯੂਕਰੇਨ ਯੁੱਧ ਕਾਰਨ ਪੂਰੀਆਂ ਨਹੀਂ ਹੋ ਸਕੀਆਂ, ਉਹਨਾਂ ਨੂੰ ਭਾਰਤ ਸਰਕਾਰ ਪੂਰਾ ਕਰਵਾਏਗੀ। ਇਸ ਦੌਰਾਨ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਇਸ ਪਾਰਟੀ ਦੇ ਆਪਣੇ ਹੀ ਆਗੂ ਕਹਿ ਰਹੇ ਹਨ ਕਿ ਉਹ ਹੋਰ ਪਾਰਟੀ ਨੂੰ ਸਮਰਥਨ ਦੇਣਗੇ, ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਹਨਾਂ ਵੱਡੀ ਮਾਤਰਾ ਵਿੱਚ ਆਗੂਆਂ ਦੀ ਜਿੱਤ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ। देखो, ऐसा कोई भी राजनीतिक दल मैं अज तक नहीं देखा जिहड़ा चुनाव हारन वास्ते लड़े। जदों भारती जनसंघ सी उदों सानूं पता हुंदा सी कि सानूं 1000 500 वोटां पैणीआं ने, तां असीं उदों भी चोण जिੱਤਣ वास्ते लड़दे सी और पूरा जोर ला के लड़दे सी। जे उदों असीं जिੱਤਣ वास्ते ना लड़े हुंदे और जोर ना लाया हुंदा ते अज साडा प्रधान मंत्री भी नहीं सी होना, सरकार भी नहीं सी होनी। ये साडे संगठन की नेचर है कि असीं चुनाव हमेशा ही पूरा जोर ला के लड़ते हैं। इसी तरह पंजाब च भी लड़े, बाकी स्टेटां च भी लड़े और सानू पूरी उम्मीद है कि रिजल्ट साडे फेवरेबल होंगे और अच्छे होंगे। बाकी ये लोकतंत्र की खूबसूरती यही है कि कदे कोई चुनाव जित जाता, कदे कोई हार जाता, ते पर दोनों ही रोल बड़े अहम होंगे हैं। तो इस करके मैं ये समझदा कि साडे रिजल्ट इस बार पंजाब च अच्छे होने। गरब साहब, यूक्रेन ਵਿੱਚ ਲੜਾਈ ਲੱਗੀ ਹੋਈ ਹੈ ਤਾਂ ਬਹੁਤ ਸਾਰੇ ਭਾਰਤੀ ਜਿਹੜੇ ਨੌਜਵਾਨ ਹੈਗੇ ਆ ਨਰਿੰਦਰ ਮੋਦੀ ਜੀ ਦੇ ਲਿਆਂਦੇ ਹੈਗੇ ਆ, ਕੀ ਕਹਿਣਾ ਤੁਸੀਂ? देखो, साडी सरकार इन्नी जागरूक सरकार है और मोदी जी ने इन्ना महत्व साडा वधाता साडे कंट्री का उन्होंने कम्मां नाल साडी सरकार की वजह करके कि तिरंगा झंडा जिहड़ा हैगा उस नूं लैके पाकिस्तानी भी निकलते हैं, ईवन यूक्रेन के लोग भी वो झंडा चक रहे हैं ताकि साडे ते कोई हमला ना होवे। इस करके मेरा यही कहना कि ये महत्व साडे प्रधानमंत्री के कम्मां नाल वधिया और साडे जिहड़े लोग ने उन्हां दे जिहड़ा मैं समझदा कि उन्हां नूं अपनी सरकार ते गौरव करना चाहिए, फखर करना चाहिए। ਜਿਹੜੇ ਬੱਚੇ ਆਏ ਹੈਗੇ ਗਰੇਵਾਲ ਸਾਹਿਬ ਉਹ ਵੀ ਧੰਨਵਾਦ ਕਰ ਰਹੇ ਹੈਗੇ ਬਹੁਤ ਜ਼ਿਆਦਾ ਜੀ। ਉਹ ਕਹਿੰਦੇ ਜਿਹੜੀ ਸਰਕਾਰ ਭਾਰਤ ਸਰਕਾਰ ਸੀ ਉਹਦੇ ਕਰਕੇ ਅਸੀਂ ਪੰਜਾਬ 'ਚ ਪਹੁੰਚੇ ਹਾਂ। बिल्कुल पहुंचे और 18,000 लोगों को लै आना और किन्नियां फ्लाइट्स चाहिए ने उहदे लई और 250 एक फ्लाइट चाहुंदे आ ते उहदा अंदाज़ा लगा सकते हो कि सरकार ने किन्नी। और साडे 24 मिनिस्टर 4 मिनिस्टर तो बॉर्डर्स ते ने अलग अलग बॉर्डर्स ते और 24 मिनिस्टर बाकी इहदे च लगे हुए ने सारे काम च पूरी की पूरी सरकार लगी है। प्रधानमंत्री जी खुद मोनीटर कर रहे हैं तो मैं समझदा कि जिहड़ा सरकार का भी देश वासियों को धन्यवाद करना चाहिए ये और कोई भी होर कंट्री इस तरह नाल नहीं लग्या होया। और फिर उस तो बाद बच्चों को ये कहा कि भी जे तुहाडियां डिग्रियां रह जाणगियां तो हिंदुस्तान कंप्लीट करवावांगे। तो ये बहुत बड़ी गल है। उसके बावजूद भी कई लोग जिहड़े है ना आलोचना के लिए आलोचना करते हैं। मेरा उन्होंने भी ये है कि घट तो घट देश के लोगों से इन्हां बच्चों से और सरकार से भी रहम करो, कुछ देश की तरक्की च भी लगो, कुछ अच्छिया गल्लां भी कराया करो। ये तो उन्होंने पूछा जा सकता। ਗਰੇਵਾਲ ਸਾਹਿਬ, ਚੰਗੀ ਸਰਕਾਰ ਅਜੇ ਤੱਕ ਜਾ ਕੇ ਰੂਸ ਦੀ ਲੜਾਈ ਲੱਗੀ ਨੂੰ ਕਿੰਨੇ, ਯੂਕਰੇਨ ਦੀ ਲੜਾਈ ਨੂੰ ਕਿੰਨੇ ਦਿਨ ਹੋ ਗਏ ਆ। हाँ, ਇਹ ਚੰਗੀ ਸਰਕਾਰ ਜਾ ਕੇ ਨਹੀਂ ਅਜੇ ਤੱਕ। नहीं चन्नी सरकार ने की जागना है, वो तो अपने लड़ाई झगड़ों च लगे हुए आ। कल चन्नी साहब उत्थे गुवाहाटी कमाख्या पूजा कर रहे सी, वो सोचते शायद पूजा ही जिता देगी तो काम अच्छे नहीं करने। तो जिस तरह के काम वो कर रहे हैं तो कांग्रेस का इस बार पंजाब च जो बीबी रजिंदर कौर भट्टर ने यह कहता और सुखी रंधावा ने यह कहता कि भी असी समर्थन करांगे आम आदमी पार्टी को, तो इसका मतलब उन्होंने अपनी हार स्वीकार कर ली। ਪੰਜਾਬ ਦੇ ਮੌਜੂਦਾ ਹਾਲਾਤ ਲਈ ਸੂਬੇ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਵੱਲੋਂ ਪੰਜਾਬ ਦੇ ਭਵਿੱਖ ਦੇ ਮੁੱਦਿਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਲਈ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ। ਇਹ ਕਹਿਣਾ ਹੈ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਦਾ। ਬਿੱਟਾ ਬਰਨਾਲਾ ਵਿਖੇ ਨਿੱਜੀ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਵੱਖ-ਵੱਖ ਤੌਰ ਤੇ ਲੜ ਰਹੀਆਂ ਹਨ, ਜਦਕਿ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। देखो, इनू पोलिटिकल इशू नाल नहीं देखना चाहिए। वक्रे वक्रे पोलिटिकल पार्टियां ने बयान सुनते, सारिया पार्टियां एक मंच से इकट्ठी होकर हिंदुस्तान के प्रधानमंत्री जी को मिलन के गल करते हैं। पंजाब दे विच हर चीज़ का एक इशू लभना, कोई अंदोलन का इशू लभना, खालिस्तान के नारे लगने, गीता के अपमान की गल करनी,
ਪੰਜਾਬ ਨੂੰ ਤੋੜਨ ਦੀ ਗੱਲ ਕਰਨੀ, ਕੋਈ ਹੋਰ ਅੰਦੋਲਨ ਤੋਂ ਬਾਅਦ ਫਿਰ ਰਾਜਨੀਤੀ। ਅਸੀਂ ਕੱਲ ਪੰਜਾਬ ਦੇ ਲੋਕ ਕਿੱਥੇ ਜਾਵਾਂਗੇ? ਪੰਜਾਬ ਦੇ ਬੱਚਿਆਂ ਦਾ ਫਿਊਚਰ ਕਿੱਥੇ ਆ? ਹਾਂਜੀ ਹਾਂਜੀ ਅਸੀਂ ਪੋਲੀਟੀਕਲ ਪਾਰਟੀਆਂ ਨੇ ਇਕੱਠੇ ਹੋਣਾ ਹੀ ਨਹੀਂ ਕਦੀ। ਪੰਜਾਬ 'ਚ ਜੇ ਟੈਰਰਿਜ਼ਮ ਖਤਮ ਹੋਇਆ ਉਹ ਇੱਕ ਪਾਰਟੀ ਨੇ ਨਹੀਂ ਖੜਾ ਕੀਤਾ। ਆਲ ਪੋਲੀਟੀਕਲ ਪਾਰਟੀ ਨੇ ਜਦੋਂ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਕਿਹਾ ਵੀ ਸਾਨੂੰ ਕੁਰਸੀ ਨਹੀਂ ਚਾਹੀਦੀ, ਸਾਨੂੰ ਸੱਤਾ ਨਹੀਂ ਚਾਹੀਦੀ, ਸਾਨੂੰ ਵੋਟ ਨਹੀਂ ਚਾਹੀਦੀ, ਸਾਨੂੰ ਪੰਜਾਬ ਮਜ਼ਬੂਤ ਪੰਜਾਬ ਚਾਹੀਦਾ, ਪੰਜਾਬ ਦਾ ਹਿੱਸਾ ਪੰਜਾਬ ਰਹੇ, ਪੰਜਾਬ ਦੇਸ਼ ਨਾਲ ਜੁੜਿਆ ਰਹੇ, ਇਹ 'ਚ ਪਾਕਿਸਤਾਨ ਦਖਲਅੰਦਾਜ਼ੀ ਨਾ ਕਰੇ, ਤੇ ਅਸੀਂ ਪੰਜਾਬ ਨੂੰ ਇੰਨੇ ਸਾਲ ਦਾ ਟੈਰਰਿਜ਼ਮ ਅਸੀਂ ਇੱਕ ਸਾਲ 'ਚ ਠੀਕ ਕੀਤਾ। ਉਹ ਟੈਰਰਿਜ਼ਮ ਲਿਆਉਣ ਵਾਲੇ ਵੀ ਅਸੀਂ ਪੋਲੀਟੀਸ਼ੀਅਨ ਹੀ ਸੀ, ਇਹ 'ਚ ਕੋਈ ਸਾਨੂੰ ਵੱਲ ਫਰੇਮ ਨਹੀਂ ਰਹਿਣਾ ਚਾਹੀਦਾ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ, ਅਸੀਂ ਸਾਰੀਆਂ ਪਾਰਟੀਆਂ ਦੇ ਲੋਕ ਇਸ਼ੂ ਲੱਭਦੇ ਆ। ਭੋਲੇ ਭਾਲੇ ਲੋਕ ਕਿੰਨੀ ਦੇਰ ਤੱਕ ਤੁਹਾਡੇ ਇਸ਼ੂਆਂ ਨੂੰ ਦੇਖ ਕੇ ਇਸ ਪੰਜਾਬ ਦੀ ਬਰਬਾਦੀ ਵੀ ਦੇਖਦੇ ਰਹਿਣਗੇ? ਅੱਜ ਸਾਡੇ ਬੱਚੇ ਕੋਈ ਯੂਕਰੇਨ 'ਚ ਨੇ, ਕੋਈ ਕੈਨੇਡਾ 'ਚ ਨੇ, ਕੋਈ ਅਮਰੀਕਾ 'ਚ ਨੇ, ਕੋਈ ਜਰਮਨੀ 'ਚ ਨੇ। ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ, ਉਹਨਾਂ ਦੇ ਮਾਤਾ ਪਿਤਾ ਆਪਣੀਆਂ ਜ਼ਮੀਨਾਂ ਵੇਚ ਕੇ ਉਹ ਛੋਟੇ ਕਾਰੋਬਾਰ ਕਰਦੇ ਨੇ, ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਨੇ। ਕਿਉਂ ਭੇਜ ਰਹੇ ਨੇ? ਉਹਦਾ ਕਾਰਨ ਅਸੀਂ ਜ਼ਿੰਮੇਦਾਰ ਹਾਂ, ਅਸੀਂ ਪੋਲੀਟੀਸ਼ੀਅਨ ਜ਼ਿੰਮੇਦਾਰ ਹਾਂ। ਅਸੀਂ ਪੰਜਾਬ ਨੂੰ ਐਜੂਕੇਸ਼ਨ ਨਹੀਂ ਦਿੱਤੀ, ਅਸੀਂ ਪੰਜਾਬ ਨੂੰ ਹਸਪਤਾਲ ਨਹੀਂ ਦਿੱਤੇ, ਸਾਨੂੰ ਸੜਕਾਂ ਨਹੀਂ ਚਾਹੀਦੀਆਂ। ਪਹਿਲੀ ਵੀ ਸੜਕਾਂ 'ਚ ਇਹਨਾਂ ਗਲੀਆਂ ਬਾਜ਼ਾਰਾਂ 'ਚ ਅਸੀਂ ਆਉਂਦੇ ਸੀ, ਅੱਜ ਵੱਡੀਆਂ ਬਣ ਗਈਆਂ ਤੇ ਕੀ ਕਰੀਏ? ਪਰ ਸਾਡੀ ਪੰਜਾਬ ਦੀ ਜਵਾਨੀ ਤਾਂ ਬਰਬਾਦ ਹੋ ਗਈ। ਸਾਡੀ ਪੰਜਾਬ ਦੀ ਜਵਾਨੀ ਨੂੰ ਤਾਂ ਕਿਸੇ ਨੇ ਨਹੀਂ ਦੇਖਿਆ। ਨਾਰਕੋ ਟੈਰਰਿਜ਼ਮ ਆ ਗਿਆ, ਹਰ ਜਗ੍ਹਾ ਤੇ ਨਸ਼ਾ, ਗੈਂਗਸਟਰ। ਇਹ ਨਵਾਂ ਗੈਂਗਸਟਰ ਦਾ ਇੱਕ ਟੈਰਰਿਜ਼ਮ ਨੂੰ ਖਤਮ ਕੀਤਾ, ਨਵਾਂ ਗੈਂਗਸਟਰ ਆ ਗਿਆ। ਅੱਜ ਪੰਜਾਬ ਦੇ ਬੱਚੇ ਮਾਂ-ਬਾਪ ਤੋਂ ਵਿਛੜ ਕੇ ਬਾਹਰ ਜਾ ਰਹੇ ਨੇ, ਮਾਂ-ਬਾਪ ਨੂੰ ਮਿਲ ਪਾਉਂਦੇ ਆ, ਨਹੀਂ ਮਿਲ ਪਾਉਂਦੇ। ਕਿਹਨਾਂ ਹਾਲਾਤਾਂ ਦੇ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਹਿੰਦੁਸਤਾਨ ਦੇ 6 ਮੰਤਰੀ ਬੱਚਿਆਂ ਨੂੰ ਕੱਢ ਕੇ ਲੈ ਕੇ ਆਉਂਦੇ। ਫਰਜ਼ ਕਰੋ ਨਰਿੰਦਰ ਮੋਦੀ ਜੀ ਨਾ ਹੁੰਦੇ, ਹੋਰ ਕੋਈ ਐਸਾ ਬੀਜੇਪੀ ਦਾ ਕੋਈ ਹੋਰ ਵੀ ਲੀਡਰ ਹੁੰਦਾ ਜਾਂ ਕਿਸੇ ਹੋਰ ਪਾਰਟੀ ਦਾ ਹੁੰਦਾ, ਕਿਆ ਐਡੀ ਮਜ਼ਬੂਤੀ ਨਾਲ ਆਪਣੇ ਮਾਸੂਮ ਬੱਚਿਆਂ ਨੂੰ ਅਸੀਂ ਲੈ ਕੇ ਆਉਂਦੇ? ਜਿੰਨੀ ਦੇਰ ਤੱਕ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਾਡੀ ਪੋਲੀਟੀਕਲ ਵਿਲ, ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੀ ਜਵਾਨੀ ਨੂੰ ਬਚਾਉਣਾ, ਪੰਜਾਬ 'ਚ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਇੱਥੇ ਐਜੂਕੇਸ਼ਨ ਸੈਂਟਰ ਚੰਗੇ ਖੋਲ੍ਹਣੇ ਨਹੀਂ ਹੋਏਗਾ, ਅਸੀਂ ਕਦੀ ਵੀ ਤਰੱਕੀ ਦੇ ਰਸਤੇ 'ਤੇ ਪੰਜਾਬ ਨੂੰ ਅੱਗੇ ਨਹੀਂ ਕਰ ਸਕਦੇ। ਨਹੀਂ ਤੇ ਇਹ 5 ਤੂੰ ਆ, 5 ਮੈਂ ਆਵਾਂ, 5 ਉਹ ਆਵੇ, 5 ਹੋਰ ਆਵੇ, ਹੋਰ ਕਈ ਪਾਰਟੀਆਂ 5 ਕਰਦੇ ਸਾਡੇ ਜ਼ਿੰਦਗੀਆਂ ਦੇ ਸਫ਼ਰ ਨਿਕਲ ਜਾਣਗੇ। ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਜਾਰੀ ਹੈ। ਇਸ ਦੌਰਾਨ ਬੱਚਿਆਂ ਦੀ ਮਦਦ ਲਈ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪੋਲੈਂਡ ਪਹੁੰਚੇ। ਇਸ ਨੂੰ ਲੈ ਕੇ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਦੇ ਮਦਦ ਨਾ ਕਰਨ ਦੇ ਰਵੱਈਏ ਤੋਂ ਬੇਵੱਸ ਹਨ। ਗੁਰਜੀਤ ਸਿੰਘ ਔਜਲਾ ਨੇ ਪੋਲੈਂਡ ਵਿੱਚ ਮੌਜੂਦ ਪੰਜਾਬੀ ਲੋਕਾਂ ਨੂੰ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖਾਰਕੀਵ 'ਚ ਬਹੁਤ ਸਾਰੇ ਭਾਰਤੀ ਬੱਚੇ ਹਨ, ਇਨ੍ਹਾਂ ਬੱਚਿਆਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਕੇਂਦਰ ਸਰਕਾਰ ਵੀ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਤੇ ਸਮਰੱਥ ਨਹੀਂ ਹੈ। ਹੁਣ ਅਸੀਂ ਵਾਰਸੋਵਾੜੀ ਪੋਲੈਂਡ ਦੇ ਵਿੱਚ ਰਾਜਧਾਨੀ ਦੇ ਹਿੰਦੂ ਭਵਨ ਮੰਦਿਰ ਦੇ ਵਿੱਚ ਖੜੇ ਹਾਂ, ਜਿੱਥੇ ਸਿੰਧੀ ਪਰਿਵਾਰਾਂ ਦਾ ਬਹੁਤ ਵੱਡਾ ਇੱਕ ਪੂਜਨਯੋਗ ਸਥਾਨ ਇਹਨਾਂ ਨੇ ਬਣਾਇਆ ਪਰਮਾਤਮਾ ਦੀ ਭਜਨ ਬੰਦਗੀ ਵਾਸਤੇ। ਨਾਲ ਜੀਜੇ ਸਿੰਘ ਜੀ ਨੇ ਔਰ ਸਾਰੇ ਬੱਚੇ ਨੇ ਇੱਥੇ, ਜਿੰਨੇ ਇਹਨਾਂ ਨੂੰ ਠਹਿਰਾਇਆ। ਮੈਂ ਇਹਨਾਂ ਦਾ ਸ਼ੁਕਰਾਨਾ ਕਰਦਾ ਕਿ ਲੰਬੇ ਸਮੇਂ ਤੋਂ, ਪਿਛਲੇ ਦਿਨਾਂ ਤੋਂ ਜਿਉਂ ਇੱਥੇ ਮੁਸ਼ਕਲ ਆਈ ਹੈ, ਜਿੰਨੇ ਬੱਚੇ ਯੂਕਰੇਨ ਤੋਂ ਅੱਗੇ ਆਉਂਦੇ ਨੇ, ਇਹ ਸਾਰੇ ਪਰਿਵਾਰ, ਖਾਸ ਕਰ ਜਿਹੜੇ ਇਸ ਪੋਲੈਂਡ ਦੀ ਧਰਤੀ ਦੇ ਪਰਿਵਾਰ ਨੇ, ਇਹਨਾਂ ਨੇ ਬੜੀ ਵੱਡੀ ਮਦਦ ਕੀਤੀ ਹੈ ਔਰ ਸਾਰੇ ਬੱਚਿਆਂ ਨੂੰ ਆਪਣੇ ਕਲਾਵੇ 'ਚ ਲਿਆ। ਔਰ ਬੱਚੇ ਇੰਨੇ ਖੁਸ਼ ਨੇ ਕਿ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਅਸੀਂ ਜਿਹੜਾ ਕਸ਼ਟ ਪਿਛਲਾ ਬਹੁਤ ਚੱਲਿਆ ਯੂਕਰੇਨ ਤੋਂ ਲੈ ਕੇ ਪੋਲੈਂਡ ਤੱਕ ਆਉਣ ਤੱਕ, ਪਰ ਹੁਣ ਇਹਨਾਂ ਨੇ ਉਹ ਸਾਰਾ ਚੀਜ਼ਾਂ ਤੇ ਸਾਨੂੰ ਭੁੱਲੀ ਹੈ ਵੀ ਅਸੀਂ ਆਪਣੇ ਪਰਿਵਾਰ 'ਚ ਬੈਠੇ ਹਾਂ। ਮੈਂ ਇਹਨਾਂ ਦਾ ਸ਼ੁਕਰਾਨਾ ਕਰਦਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇਹੀ ਇੱਕ ਸਾਡੀ ਸੱਭਿਅਤਾ ਹੈ, ਇਹੀ ਇੱਕ ਸਾਡਾ ਮੁਹੱਬਤ ਹੈ, ਜਿਹਦੇ ਕਰਕੇ ਅਸੀਂ ਲੋਕ ਜਾਣੇ ਜਾਂਦੇ ਹਾਂ। ਸੋ ਬੱਚੇ ਵੀ ਬਹੁਤ ਖੁਸ਼ ਨੇ। ਬੱਚਿਆਂ ਨੇ ਕਿਹਾ ਕਿ ਸਾਨੂੰ ਇੱਕ ਵੱਖਰਾ ਤਜਰਬਾ ਮਿਲਿਆ ਮੰਦਿਰ ਦੇ ਵਿੱਚ। ਸਾਰੇ ਦੇਖੋ, ਸਾਰੇ ਮਤਲਬ ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਸਾਰੇ ਇੱਥੇ ਪਰਮਾਤਮਾ ਦੇ ਚਰਨਾਂ 'ਚ ਬੈਠੇ ਨੇ, ਇਸੇ ਤਰ੍ਹਾਂ ਗੁਰੂ ਘਰ 'ਚ ਨੇ। ਸੋ ਸ਼ੁਕਰਾਨਾ ਸਾਰਿਆਂ ਦਾ, ਤੁਹਾਨੂੰ ਜੀ, ਤੁਹਾਡੇ ਸਾਰੀ ਕਮੇਟੀ ਦਾ, ਜੀ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਿੰਘ ਸਭਾ ਗੁਰਦੁਆਰਾ ਵਰਸੋਵਾ 'ਚ ਅਸੀਂ ਇਸ ਵੇਲੇ ਖੜੇ ਹਾਂ। ਭਾਜੀ ਮਰੀਕ ਸਿੰਘ ਹੁਣੀ ਨੇ, ਇਹ ਯੂਨਾਈਟਿਡ ਸਟੇਟ ਤੋਂ ਆਏ ਨੇ, ਅਮਰੀਕਾ ਤੋਂ ਸਾਰੇ। ਜੀ ਸਿੰਘ ਜੀ ਨੇ ਜਿਹੜੇ ਕਿ ਆਪ ਸਾਰੇ ਇਸ ਸੇਵਾ ਨੂੰ ਨਿਭਾ ਰਹੇ ਆ। ਇਸ ਵੇਲੇ ਗੁਰੂ ਘਰ ਦੇ ਕਰੀਬ 100 ਦੇ ਕਰੀਬ ਮੇਰਾ ਖਿਆਲ ਇੱਥੇ ਜੇ ਬੱਚੇ ਸਾਡੇ ਜਿਹੜੇ ਯੂਕਰੇਨ ਤੋਂ ਆਏ ਉਹ ਰੁਕੇ ਨੇ ਔਰ ਲਗਾਤਾਰ ਬੱਚੇ ਆ ਰਹੇ ਨੇ, ਜਾ ਰਹੇ ਨੇ, ਕਿਉਂਕਿ ਇਹ ਉਹਨਾਂ ਦੀ ਪੂਰੀ ਹੈਲਪ ਕਰ ਰਹੇ। ਮੈਂ ਇਹਨਾਂ ਸਾਰਿਆਂ ਦਾ ਸ਼ੁਕਰਾਨਾ ਕਰਦਾ
ਔਰ ਬੜੀ ਔਖੀ ਘੜੀ ਸੀ ਔਰ ਅਜੇ ਵੀ ਬੱਚੇ ਸਾਡੇ ਕਾਫੀ ਉੱਥੇ ਫਸੇ ਨੇ। ਹੁਣ ਸਾਰੇ ਬਾਰਡਰਾਂ ਦੇ ਉੱਤੇ ਜਾ ਰਹੇ ਨੇ ਤੇ ਭਾਈ ਅਮਰੀਕ ਸਿੰਘ ਜਿਹੜੇ ਕਿ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਔਰ ਇਹਨਾਂ ਨੇ ਦਿਨ ਰਾਤ ਸਾਰੇ ਪਰਿਵਾਰ ਜਿਹੜਾ ਹੈ ਲਗਾਤਾਰ ਸੇਵਾ 'ਚ ਲੱਗਾ। ਮੈਂ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਔਰ ਇਹੋ ਜਿਹੀ ਘੜੀ ਹੁੰਦੀ ਹੈ ਵੀ ਜਿੱਥੇ ਗੁਰੂ ਘਰ ਸਾਰੇ ਲੋਕਾਂ ਦੇ ਕੰਮ ਆਉਂਦੇ, ਉੱਥੇ ਐਤਕੀ ਇੱਥੇ ਵੀ ਵੇਖਣ ਨੂੰ ਆਇਆ ਜਿਹੜੇ ਹਿੰਦੂ ਸਿੰਧੀ ਪਰਿਵਾਰਾਂ ਦਾ ਜਿਹੜਾ ਮੰਦਿਰ ਹੈ ਉੱਥੇ ਵੀ ਸਾਰੇ ਜਿਹੜੇ ਕਾਫੀ ਤਾਦਾਦ ਵਿੱਚ ਸਾਡੇ ਬੱਚੇ ਉੱਥੇ ਮਤਲਬ ਉਹਨਾਂ ਦੀ ਉਹ ਮਦਦ ਕਰ ਰਹੇ ਉੱਥੇ ਠਹਿਰੇ ਨੇ। ਸੋ ਇਹ ਇੱਕ ਔਖੀ ਘੜੀ ਸੀ। ਸਭਨਾਂ ਦਾ ਧੰਨਵਾਦ ਹੈ। ਸਾਰੇ ਲਗਾਤਾਰ ਇਸ ਮੁਹਿੰਮ ਦੇ ਵਿੱਚ ਲੱਗੇ ਨੇ ਕਿ ਇਸ ਤਰ੍ਹਾਂ ਬੱਚੇ ਜਿਹੜੇ ਨਾ ਵਾਪਸ ਇੰਡੀਆ ਆ ਸਕਣ। ਮੈਂ ਇੰਡੀਆ ਵਾਲਿਆਂ ਨੂੰ ਬੇਨਤੀ ਕਰਦਾ, ਘਬਰਾਓ ਨਾ, ਸਾਰੀ ਕਮਿਊਨਿਟੀ ਤੁਹਾਡੀ ਇੰਡੀਆ ਦੀ ਖਾਸ ਕਰ ਪੰਜਾਬੀ ਜਿਹੜੇ ਨੇ ਪੱਬਾਂ ਭਾਰ ਹੋਏ ਪਏ ਨੇ ਵੀ ਕਿਸੇ ਤਰੀਕੇ ਨਾਲ ਵੀ ਤੁਹਾਡੇ ਬੱਚੇ ਸੇਫ ਤੁਹਾਡੇ ਤੱਕ ਪਹੁੰਚ ਸਕਣ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਕੇਂਦਰ ਸਰਕਾਰ ਵੱਲੋਂ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਨਜ਼ਦੀਕ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਖੜਾ ਬਿਆਸ ਕਮੇਟੀ ਵਿੱਚੋਂ ਪੰਜਾਬ ਤੇ ਹਰਿਆਣਾ ਨੂੰ ਬਾਹਰ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਅਧੀਨ ਭਾਖੜਾ ਡੈਮ ਨੂੰ ਕਰ ਰਹੀ ਹੈ ਤਾਂ ਜੋ ਇਹ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਰਜ਼ੀ ਦੀ ਬਿਜਲੀ ਵੇਚਣ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੇਂਦਰ ਸਰਕਾਰ ਵੱਲੋਂ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਬਾਹਰ ਕਰਨ ਦੀ ਕੇਂਦਰ ਸਰਕਾਰ ਵੱਲੋਂ ਇੱਕ ਸਾਜ਼ਿਸ਼ ਹੈ ਜਿਸ ਨੂੰ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਰਾਸ਼ਟਰਪਤੀ ਦੇ ਨਾਂ ਡੀਸੀ ਦੇ ਜ਼ਰੀਏ ਅਸੀਂ ਮੰਗ ਪੱਤਰ ਦੇ ਰਹੇ ਹਾਂ ਕਿਉਂਕਿ ਜਿਹੜੀ ਭਾਖੜਾ ਮੈਨੇਜਮੈਂਟ ਹੈ ਜਦੋਂ ਇਹ 1960 ਦੇ ਵਿੱਚ ਹੋਂਦ 'ਚ ਆਈ ਸੀ ਉਸ ਤੋਂ ਮਗਰੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਨੇ 1966 ਦੇ ਵਿੱਚ। ਉਦੋਂ ਇਹਦੇ ਵਿੱਚ ਜਿਹੜਾ ਹਿੱਸੇਦਾਰੀ ਸੀ ਪੰਜਾਬ ਦੀ ਹਿੱਸੇਦਾਰੀ 60% ਸੀ, ਹਰਿਆਣੇ ਦੀ ਹਿੱਸੇਦਾਰੀ ਸੀ ਜਿਹੜੀ 40% ਸੀ। ਇਹਦੇ ਵਿੱਚ 2 ਮੈਂਬਰ ਲਏ ਜਾਂਦੇ ਸੀ। ਜਿਹੜਾ ਪਾਵਰ ਦਾ ਮੈਂਬਰ ਸੀ ਉਹ ਪੰਜਾਬ ਵੱਲੋਂ ਲਿਆ ਜਾਂਦਾ ਸੀ, ਜਿਹੜਾ ਸਿੰਚਾਈ ਦਾ ਮੈਂਬਰ ਸੀ ਉਹ ਹਰਿਆਣੇ ਵੱਲੋਂ ਲਿਆ ਜਾਂਦਾ ਸੀ। ਜਿਹੜਾ ਇਹਦਾ ਚੇਅਰਮੈਨ ਸੀ ਉਹ ਨਾਲ ਲੱਗਦੇ ਜਿਹੜੇ ਹਿੱਸੇਦਾਰ ਸੂਬੇ ਨੇ ਉਹਨਾਂ ਦੇ ਵਿੱਚੋਂ ਲਿਆ ਜਾਂਦਾ ਸੀ। ਯਾਨੀ 60% ਹਿੱਸਾ ਕਰਕੇ ਜ਼ਿਆਦਾ ਉੱਥੇ ਜਿਹੜੀ ਚੱਲਦੀ ਸੀ ਉਹ ਪੰਜਾਬ ਦੀ ਚੱਲਦੀ ਸੀ। ਜਿਹੜੀ ਉੱਥੇ ਸਾਨੂੰ ਬਿਜਲੀ ਮਿਲਦੀ ਸੀ ਉਹ ਸਾਨੂੰ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2020 ਤੋਂ 2021 ਤੱਕ 36 ਪੈਸੇ ਯੂਨਿਟ ਮਿਲਦੀ ਸੀ। ਜੇ ਆਪਾਂ ਸਾਰੀ ਬਿਜਲੀ ਦੀ ਗੱਲ ਕਰੀਏ ਉੱਥੋਂ ਬਿਜਲੀ ਜਿਹੜੀ ਪੈਦਾ ਹੁੰਦੀ ਹੈ 2919 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਜਿਹਦੇ ਵਿੱਚੋਂ ਇਕੱਲੇ ਪੰਜਾਬ ਨੂੰ 1133 ਮੈਗਾਵਾਟ ਬਿਜਲੀ ਮਿਲਦੀ ਹੈ। ਜੇ ਇਹਦੇ ਤੇ ਕੇਂਦਰੀਕਰਨ ਹੋ ਗਿਆ ਦੂਸਰੇ ਸੂਬਿਆਂ ਦੇ ਅਧਿਕਾਰੀ ਉਹਦੇ ਵਿੱਚ ਆ ਗਏ ਇਹਦੇ ਵਿੱਚ ਕੇਂਦਰ ਦੀ ਚੱਲਣ ਲੱਗ ਜਾਣੀ ਹੈ। ਜਿਹੜਾ ਸਾਥੋਂ ਉੱਥੇ ਜਿਹੜਾ ਸਾਡਾ ਹੱਕ ਹੈ ਉਹ ਖੋਇਆ ਜਾਣਾ, ਖਤਮ ਹੋਣਾ ਕਿਉਂਕਿ ਜਿਹੜਾ ਨੁਕਸਾਨ ਹੈ ਉਹ ਤਾਂ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਪੰਜਾਬ ਦਾ ਹੁੰਦਾ ਹੈ, ਪੰਜਾਬ ਦੇ ਵਿੱਚ ਹੀ ਬਣੀਆਂ ਪੰਜਾਬ ਦੀਆਂ ਜ਼ਮੀਨਾਂ ਉਜਾੜ ਕੇ ਤੇ ਪਰ ਅੱਜ ਕੇਂਦਰ ਦੀ ਮੋਦੀ ਸਰਕਾਰ ਉਹਦਾ ਕੇਂਦਰੀਕਰਨ ਕਰ ਰਹੀ ਹੈ। ਇਹ ਪ੍ਰੋਜੈਕਟ ਨੂੰ ਆਪਦੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਉਹਨਾਂ ਦੇ ਮੁਨਾਫੇ ਵਧਾਏ ਜਾਣ ਤੇ ਆਮ ਲੋਕਾਂ ਦਾ ਜਿਹੜਾ ਜੇਬਾਂ ਤੇ ਡਾਕਾ ਮਾਰਨ ਦਾ ਕੰਮ ਕਰਨਾ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਖਾਕੀ ਦੇ ਦਾਗਦਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। CIA ਸਟਾਫ ਦੇ 2 ਥਾਣੇਦਾਰਾਂ ਸਮੇਤ ਇੱਕ ਹੌਲਦਾਰ ਤੇ ਦੋਸ਼ ਲੱਗਾ ਹੈ ਕਿ ਉਹਨਾਂ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ ਅਤੇ ਬਰਾਮਦ ਹੋਈ ਹੈਰੋਇਨ ਵੀ ਆਪਣੇ ਕੋਲ ਰੱਖ ਲਈ। 3 ਪੁਲਿਸ ਕਰਮਚਾਰੀਆਂ ਸਣੇ 8 ਲੋਕਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। CIA ਸਟਾਫ ਸਾਡੇ AC ਪ੍ਰਭਜੀਤ ਸਿੰਘ ਤੇ ਬਲਵਿੰਦਰ ਸਿੰਘ AC ਲੱਗੇ। ਇਹਨਾਂ ਨੇ ਪਿੱਛੇ ਥਾਣੇ ਝਬਾਲ ਏਰੀਏ 'ਚ ਕ੍ਰੀਏਟ ਕੀਤਾ ਸੀਗਾ। ਲਵਲੀ ਨਾਂ ਦਾ ਬੰਦਾ ਫੜ ਕੇ ਉਹਨੂੰ ਛੱਡ ਦਿੱਤਾ ਹੈ ਤੇ ਉਹਨਾਂ ਤੋਂ 50,000 ਰੁਪਏ ਲੈ ਕੇ ਤੇ ਸਮਾਨ ਵੀ ਛੱਡ ਦਿੱਤਾ, ਉਹਨੂੰ ਛੱਡ ਦਿੱਤਾ ਹੈ। ਜੋ ਉਹਦੀ ਖੁਫੀਆ ਇਨਫੋਰਮੇਸ਼ਨ ਮਿਲੀ ਜਿਸ ਤੇ ਪਰਚਾ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ। ਸਰ ਕੋਈ ਅਰੈਸਟ ਵਗੈਰਾ ਹੋ ਗਈ ਨਾ? ਹਾਂਜੀ, ਦੋਵਾਂ ਦੀ ਅਰੈਸਟ ਹੋ ਗਈ ਹੈ। ਸਰ ਇਹ ਮਤਲਬ ਆਪਣੀ ਇਹਨਾਂ ਦੀ ਕੋਈ ਕਿੰਨੇ ਪੈਸੇ ਕਿੰਨਾ ਸਮਾਨ ਮੈਂ ਛੱਡਿਆ ਸੀ? ਇਹ ਪੁੱਛਗਿੱਛ ਚੱਲ ਰਹੀ ਹੈ। ਕੁਛ ਸਮਾਨ ਪੂਰੀ ਕਾਊਂਟਿੰਗ ਕਲੀਅਰ ਨਹੀਂ ਹੋ ਸਕੀ ਜੀ, ਵੈਰੀਫਾਈ ਕਰਦੇ ਪਏ। ਪੈਸੇ ਬਰਾਮਦ ਹੋ ਗਏ, 50,000 ਰੁਪਏ ਬਰਾਮਦ ਹੋ ਗਿਆ। ਸਰ ਕਿਹੜੀ ਧਾਰਾ ਲਾਈ ਗਈ ਹੁਣ? ਇਹਨਾਂ ਦੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਨਾਲ NDPS ਐਕਟ ਲੱਗਾ। ਸਰ ਨੌਕਰੀ ਤੋਂ ਸਸਪੈਂਡ ਕਰਿਆ ਮਤਲਬ? ਹੁਣ ਪਰਚਾ ਦਰਜ ਹੋ ਗਿਆ, ਅਰੈਸਟ ਪੈ ਗਈ ਹੈ। ਹੁਣ ਇਹਦੀ ਰਿਪੋਰਟ ਬਣ ਕੇ ਜਾਏਗੀ ਤੇ ਸਸਪੈਂਡ ਹੋ ਜਾਣਗੇ। ਅੱਜ ਦਾਤ ਪੇਸ਼ ਕੀਤੀ ਜਾਊਗੀ? ਹਾਂਜੀ। ਵਿਵਸਥਾ ਹੈਗੀ ਜਿਹੜਾ ਬੰਦੇ ਕੋਲ ਉਹਨਾਂ ਪੈਸੇ ਲੈ ਕੇ ਬੰਦੇ ਛੱਡੇ ਆ ਉਹ ਵੀ ਰੇਡ ਕੀਤਾ, ਉਹ ਅੱਗੇ ਭੱਜੇ ਹੋਏ ਇੱਥੋਂ। ਕੀ ਨਾਮ ਬੰਦਿਆਂ ਦਾ? ਇੱਕ ਲਵਲੀ ਹੈ ਤੇ ਇੱਕ ਹੋਰ ਹੈ।
ਪੰਜਾਬ ਵਿੱਚ ਕਿਹੜੀ ਸਿਆਸੀ ਪਾਰਟੀ ਸੱਤਾ ਚਾਵੇਗੀ ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ, ਪਰ ਇਸ ਤੋਂ ਪਹਿਲਾਂ ਹੀ ਨੇਤਾਵਾਂ ਦੇ ਆ ਰਹੇ ਬਿਆਨਾਂ ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਹੈ ਤਾਂ ਜਿਸ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕ ਭਲਾਈ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਉਹਨਾਂ ਦੀ ਆਪਣੀ ਰਾਏ ਹੈ। ਮੈਂ ਜਿਹੜਾ ਬਿਆਨ ਇਸ ਤੋਂ ਪਹਿਲਾਂ ਦਿੱਤਾ, ਮੈਂ ਕਿਹਾ ਹੈ ਕਿ ਸਾਡੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਮੈਂ ਸਾਰੇ ਖਿੱਤਿਆਂ ਵਿੱਚ ਸਾਡੇ ਵਿੱਚ ਕਾਂਗਰਸ ਹੈ, ਪੰਜਾਬ ਮਾਲਵਾ ਹੋਇਆ, ਦੁਆਬਾ ਹੋਇਆ, ਮਾਝਾ ਹੋਇਆ ਤੇ ਬਾਕੀ ਪਾਰਟੀਆਂ ਖਿੱਤਿਆਂ ਵਿੱਚ ਹੈ। ਉਹ ਇੱਕ ਮੀਡੀਆ ਨੇ ਸਵਾਲ ਕੀਤਾ ਕਿ ਇਨ ਕੇਸ ਦੇ ਜਵਾਬ 'ਚ ਮੈਂ ਕਿਹਾ ਕਿ ਇਹ ਵੱਖਰੀਆਂ ਗੱਲਾਂ ਹੈਗੀਆਂ ਕਿ ਅਗਰ ਕੋਈ ਇਹੋ ਜਿਹੀ ਆਉਂਦੀ, ਅਸੀਂ ਨਹੀਂ ਚਾਹੁੰਦੇ ਕਿ ਬਾਰ-ਬਾਰ ਇਲੈਕਸ਼ਨ ਹੋ ਕੇ ਲੋਕਾਂ ਤੇ ਭਾਰ ਪਵੇ। ਅਸੀਂ ਨਹੀਂ ਚਾਹੁੰਦੇ ਕਿਤੇ ਹੰਗ ਕਰਕੇ ਗਵਰਨਰ ਰੂਲ ਲੱਗਿਆ ਜਾਵੇ ਤੇ ਲੋਕਾਂ ਦੇ ਸਾਹਮਣੇ ਮਸਲੇ ਬਹੁਤ ਹੈ। ਪੰਜਾਬ ਖਤਰਿਆਂ 'ਚ ਘਿਰਿਆ ਹੋਇਆ ਹੈ। ਮੋਦੀ ਸਰਕਾਰ ਵੱਲੋਂ ਕਦੇ BSF ਨੂੰ 50-50 ਕਿਲੋਮੀਟਰ ਪੰਜਾਬ 'ਚ ਵੜਨ ਦੀ ਆਗਿਆ ਦੇ ਕੇ, ਕਦੇ ਸਾਡੇ ਕਿਸਾਨ ਮੋਰਚੇ ਵਿੱਚ ਸਾਡੀ ਜ਼ਮੀਨ ਖੋਹਣ ਦੇ ਮਾਮਲੇ ਤੇ, ਕਦੇ ਹੁਣ BBMB ਵਾਲੇ ਮਾਮਲੇ ਤੇ ਸਾਥੋਂ ਸਾਰੇ ਹੱਕ ਖੋਹੇ ਜਾ ਰਹੇ ਹੈ, ਪੰਜਾਬ ਨੂੰ ਤੋੜਿਆ ਜਾ ਰਿਹਾ ਹੈ, ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਸੇ ਮੁੱਦੇ ਆਉਂਦੇ ਹੈ ਤਾਂ ਇਹੋ ਜਿਹੇ ਮੁੱਦਿਆਂ ਵਾਸਤੇ ਹਮ ਖਿਆਲੀ ਪਾਰਟੀਆਂ ਨਾ ਟੋਨ ਲਈ ਕਿ ਇਕੱਲੀ ਸਰਕਾਰ ਲਈ, ਇਹ ਤਾਂ ਵੱਖਰੀ ਗੱਲ ਹੈ ਕਿ ਸਰਕਾਰ ਦੇ ਵਿੱਚ ਜੇ ਕੋਈ ਇਹੋ ਜਿਹੀ ਸਿਚੁਏਸ਼ਨ ਜਿਵੇਂ ਕਹਿੰਦੇ ਆਈ ਹੈ ਤਾਂ ਅਸੀਂ ਨਾ ਤਾਂ ਫਿਰਕਾ ਪ੍ਰਸਤ ਪਾਰਟੀ ਚਾਹੇ BJP ਹੈ ਚਾਹੇ ਅਕਾਲੀ ਦਲ, ਸਾਡੀ ਉਹਨਾਂ ਨਾਲ ਕਦੇ ਸਾਂਝ ਨਾ ਹੋਈ ਸੀ ਨਾ ਹੋਣੀ ਹੈ। ਜਦੋਂ ਪਿਛਲੇ ਸਮੇਂ 'ਚ ਹਾਲਾਤ ਹੈ ਜੇ ਹੋਏ ਨੇ ਤਾਂ ਇਹ ਹਿਸਟਰੀ ਹੈ ਪੋਲੀਟੀਕਲ ਕਿ ਸਾਡੀ ਅੱਤਵਾਦ ਦੇ ਸਮੇਂ ਵਿੱਚ ਕਮਿਊਨਿਸਟ ਪਾਰਟੀਆਂ ਨਾਲ, ਰਾਮੂ ਵਾਲੀ ਦੀ ਪਾਰਟੀ ਨਾਲ ਕੰਪਰੋਮਾਈਜ਼ ਹੋਏ ਸੀਗੇ ਤੇ ਸਾਨੂੰ ਇਹ ਵੀ ਯਾਦ ਹੈ ਕਿ ਸਾਡੇ ਇੱਕ ਵਾਰ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਕਿ ਦਿੱਲੀ ਦੇ ਵਿੱਚ ਵੀ ਜਦੋਂ ਉਹਨਾਂ ਦੀ ਪੂਰੀ ਮੈਜੋਰਿਟੀ ਨਹੀਂ ਆਈ ਸੀ ਆਮ ਆਦਮੀ ਪਾਰਟੀ ਦੀ, BJP ਨੂੰ ਫਿਰਕਾ ਪ੍ਰਸਤ ਪਾਰਟੀ ਨੂੰ ਅਸੀਂ ਰੋਕਣ ਵਾਸਤੇ ਅਸੀਂ ਸਪੋਰਟ ਕੀਤਾ ਸੀ। ਇਹ ਸਿਚੁਏਸ਼ਨ ਤੇ ਹਾਲਾਤ ਤੇ ਡਿਪੈਂਡ ਕਰਦਾ ਪਰ ਅੱਜ ਉਹ ਹਾਲਾਤ ਨਹੀਂ ਲੱਗਦੇ, ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਸਾਨੂੰ ਇਹਨਾਂ ਮੁੱਦਿਆਂ ਵਾਸਤੇ ਕਿ ਪੰਜਾਬ ਚਿੰਤਾ ਦੇ ਤੇ ਇੱਕ ਐਸੇ ਮੋੜ ਦੇ ਉੱਤੇ ਖੜਾ, ਅਟੈਕ ਤੇ ਖੜਾ ਹੈ ਅੱਜ ਦੀ BJP ਦੀ ਜਿਹੜੀ ਮੋਦੀ ਸਰਕਾਰ ਹੈ ਉਹਦੇ ਤੇ, ਜਿਨ੍ਹਾਂ ਤੋਂ ਇਹ ਸਾਰੇ ਇਸ਼ੂਆਂ ਦੇ ਉੱਤੇ ਬਚਾਉਣ ਵਾਸਤੇ ਅੱਜ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣਾ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ। ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਵੱਡੇ ਲੀਡਰ ਹੋ ਔਰ ਤੁਹਾਡੇ ਬਿਆਨ ਨੂੰ ਬੜਾ ਸੀਰੀਅਸ ਕਰਕੇ ਦੇਖਿਆ ਵੀ ਜਾਂਦਾ ਹੈ ਕਿ ਹਾਈ ਕਮਾਂਡ ਦੇ ਨਾਲ ਕਿਸੇ ਚਰਚਾ ਤੋਂ ਬਿਨਾਂ ਜਾਂ ਵੱਡੇ ਲੀਡਰਾਂ ਦੇ ਨਾਲ ਚਰਚਾ ਤੋਂ ਬਿਨਾਂ ਇਹ ਬਿਆਨ ਨਹੀਂ ਦੇ ਸਕਦੇ ਤੁਸੀਂ, ਪਰ ਕੀ ਮੇਰਾ ਨਿੱਜੀ ਬਿਆਨ ਹੈ, ਮੇਰਾ ਨਿੱਜੀ ਬਿਆਨ ਹੈਗਾ, ਮੇਰੀ ਨਿੱਜੀ ਸੋਚ ਹੈ। ਮੈਂ ਇੱਕ ਐਕਸਪੀਰੀਅੰਸ ਕਿਹੜੇ ਵੱਡੇ ਲੀਡਰ ਜਿਹੜੇ ਸਾਡੇ ਹੈਗੇ ਹਾਈ ਕਮਾਂਡ ਹੈ, ਅਸੀਂ ਫੈਸਲੇ ਹਾਈ ਕਮਾਂਡ ਦੇ ਮੰਨਦੇ ਹਾਂ। ਮੈਂ ਤਾਂ ਇਸ ਵਾਰ ਇਲੈਕਸ਼ਨ ਵੀ ਨਹੀਂ ਸੀ ਲੜਨਾ ਚਾਹੁੰਦੀ, ਮੈਂ ਪਾਰਟੀ ਦਾ ਹਾਈ ਕਮਾਂਡ ਦਾ ਫੈਸਲਾ ਮੰਨਿਆ, ਆਪਣੀ ਨਿੱਜੀ ਰਾਏ ਮੈਂ ਦਿੰਦੀ ਹਰ ਥਾਂ 'ਤੇ। ਮੈਂ ਕੋਈ ਨਹੀਂ ਕਿ ਇਕੱਲਾ ਇੱਕ ਬਿਆਨ 'ਚ ਕਹਿਤਾ ਕਿ ਅਸੀਂ ਕਰ ਲਿਆ ਰਾਜੀਨਾਮਾ, ਮੈਂ ਤਾਂ ਕਿਹਾ ਤਾਂ ਪਾਰਟੀ ਸਾਡੀ ਸਰਕਾਰ ਬਣਨੀ ਹੈ। ਦੂਜੇ ਪਾਸੇ ਮੈਂ ਕਿਹਾ ਕਿ ਹਿਸਟਰੀ ਗਵਾਹ ਹੈ ਕਿ ਅਸੀਂ ਉਸ ਵਕਤ ਜਦੋਂ ਹਿੱਤ ਦੇਖਿਆ ਅਸੀਂ ਆਪਣੇ ਆਪ ਨੂੰ ਨਹੀਂ ਦੇਖਿਆ, ਅਸੀਂ ਕੀਤਾ ਹੈਗਾ ਤੇ ਮੈਂ ਅੱਜ ਵੀ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ 5ਵੀਂ ਵਾਰ ਟਾਲਣ ਦੇ ਵਿਰੋਧ ਵਿੱਚ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਓ ਕੀਤਾ। ਇਸ ਧਰਨੇ ਦੌਰਾਨ ਕੇਜਰੀਵਾਲ ਵੱਲੋਂ ਲਿਖੀ ਪੁਸਤਕ ਸਵਰਾਜ ਦੀ ਕਾਪੀ ਵੀ ਸਾੜੀ ਗਈ। ਸਿੱਖ ਆਗੂਆਂ ਨੇ ਕਿਹਾ ਕਿ ਸਵਰਾਜ ਦੇ ਨਾਂ ਤੇ ਲੋਕਾਂ ਦਾ ਰਾਜ ਸਥਾਪਿਤ ਕਰਨ ਦਾ ਐਲਾਨ ਕਰਕੇ ਸੱਤਾ 'ਚ ਆਏ ਕੇਜਰੀਵਾਲ ਦਾ ਅੱਜ-ਕੱਲ੍ਹ ਸਵਕਾਜ ਮਤਲਬ ਸਿਰਫ ਆਪਣੇ ਕੰਮਾਂ ਨੂੰ ਹੀ ਪ੍ਰਮੁੱਖਤਾ ਦੇਣ ਦਾ ਕੰਮ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਅਕਤੂਬਰ 2019 ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਸਜ਼ਾ ਸਮੀਖਿਆ ਬੋਰਡ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਤਜਵੀਜ਼ ਨੂੰ 4 ਵਾਰ ਰੱਦ ਕਰ ਦਿੱਤਾ ਹੈ। ਸਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਮੈਂ ਸਮਝਦਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਅਸੀਂ ਇਹਨਾਂ ਦੀ ਰਿਹਾਈ ਵਾਸਤੇ ਪਹਿਲੀ ਲੜਾਈ ਲੜੀ ਗਈ ਕਿ ਜਿਹੜੀ ਇਹਨਾਂ ਦੀ ਫਾਂਸੀ ਦੀ ਸਜ਼ਾ ਸੀ, ਸਜ਼ਾਏ ਮੌਤ ਸੀ, ਉਸ ਨੂੰ ਕਮਿਊਟ ਕਰਾਉਣਾ ਉਮਰ ਕੈਦ ਦੇ ਵਿੱਚ। ਪੰਥ ਨੇ, ਕੌਮ ਨੇ ਇਕੱਠਿਆਂ ਹੋ ਕੇ ਲੜੀ, ਅਲੱਗ-ਅਲੱਗ ਜਥੇਬੰਦੀਆਂ ਨੇ ਲੜੀ, ਲੇਕਿਨ ਅਸੀਂ ਕਾਮਯਾਬ ਹੋਏ। ਫਿਰ ਇਹ ਸੀ ਕਿ ਜਿਹੜੀ ਉਮਰ ਕੈਦ 'ਚ ਕਮਿਊਟ ਹੋਈ ਹੈ ਉਹਦੇ ਬਾਅਦ ਰਿਹਾਈ ਦੀ ਗੱਲ 550 ਸਾਲਾਂ ਤੇ ਮੋਦੀ ਸਰਕਾਰ ਨੇ ਜਿਹੜੇ ਬੰਦੀ ਸਿੰਘ ਰਿਹਾ ਕਰਨ ਦਾ ਫੈਸਲਾ ਕੀਤਾ ਉਹਦੇ ਵਿੱਚ ਪ੍ਰੋਫੈਸਰ ਭੁੱਲਰ ਸਾਹਿਬ ਦਾ ਵੀ ਨਾਂ ਹੈ ਕਿ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਟੈਕਨੀਕਲ ਸਿਚੁਏਸ਼ਨ ਇਹ ਹੈ ਕਿ ਭੁੱਲਰ ਸਾਹਿਬ ਦਿੱਲੀ ਤਿਹਾੜ ਜੇਲ੍ਹ ਦੇ ਕੈਦੀ ਨੇ, ਦਿੱਲੀ ਸਰਕਾਰ ਦੇ ਥੱਲੇ ਆਂਦੀ ਹੈ, ਭਾਵੇਂ ਅੱਜ ਕੱਲ੍ਹ ਉਹ ਅੰਮ੍ਰਿਤਸਰ ਜੇਲ੍ਹ 'ਚ ਨੇ ਸਿਹਤ ਨਾ ਠੀਕ ਹੋਣ ਕਰਕੇ, ਪਰ ਉਹਨਾਂ ਦੀ ਰਿਹਾਈ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 5 ਮੀਟਿੰਗਾਂ
ਸੈਂਟੈਂਸ ਰਿਵਿਊ ਬੋਰਡ ਦੀਆਂ ਹੋਈਆਂ 5 ਦੇ ਵਿੱਚ ਹੁਣ ਜਿਹੜੀ ਲੇਟੈਸਟ ਹੋਈ ਹੈ, ਕਿਉਂਕਿ 20 ਫਰਵਰੀ ਨੂੰ ਪੰਜਾਬ ਦੀਆਂ ਚੋਣਾਂ ਸੀ। ਕੇਜਰੀਵਾਲ ਸਾਹਿਬ, ਆਮ ਆਦਮੀ, ਭਗਵੰਤ ਮਾਨ ਤੋਂ ਲੈ ਕੇ ਸਾਰਿਆਂ ਨੇ ਇਹ ਆਖਿਆ ਕਿ ਇਹਨਾਂ ਦੀ ਰਿਹਾਈ ਪੱਕੀ ਹੋਏਗੀ। ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਰਿਜੈਕਟ ਕਰ ਦਿੱਤਾ ਗਿਆ ਹੈ। ਮੈਂ ਸਮਝਦਾ ਕਿ ਅੱਜ ਅਸੀਂ ਵਿਧਾਨ ਸਭਾ ਤੋਂ ਤੁਸੀਂ ਪਿੱਛੇ ਦੇਖ ਸਕਦੇ ਹੋ, ਹਿੰਦੁਸਤਾਨ ਦਾ ਤਿਰੰਗਾ ਲਹਿਰਾ ਰਿਹਾ ਹੈ, ਪਿੱਛੇ ਵਿਧਾਨ ਸਭਾ ਨਜ਼ਰ ਆ ਰਹੀ ਹੈ। ਔਰ ਜਿਵੇਂ ਅਵਤਾਰ ਜੀ ਨੇ ਆਖਿਆ, ਅਸੀਂ ਅੱਜ ਕੇਜਰੀਵਾਲ ਦੇ ਬੂਹੇ ਤੇ ਫੇਰ ਆਏ ਹਾਂ। ਉਹਨੂੰ ਇਹ ਆਖਣ ਆਏ ਹਾਂ ਕਿ ਤੂੰ ਮਨੁੱਖੀ ਅਧਿਕਾਰਾਂ ਦੀ ਗੱਲ ਛੱਡਦੇ ਗੱਲ ਤੂੰ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਹਿਤੈਸ਼ੀ ਹੈ। ਇਹ ਰਾਈਟਫੁਲ ਜਿਹੜਾ ਬੰਦਾ ਏਡੇ ਸਾਲਾਂ ਦੀ 2 ਉਮਰ ਕੈਦਾਂ ਭੁਗਤ ਚੁੱਕਾ ਹੈ ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ। ਬੜੀ ਕਲੀਅਰ ਗੱਲ ਹੈ। ਤੁਸੀਂ ਪੰਜਾਬੀ ਟੀਚਰਾਂ ਦੀ ਗੱਲ ਕਰਦੇ ਹੋ, ਅਸੀਂ ਕਿਵੇਂ ਪਾਸ ਕਰਾਈਆਂ। ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ, ਜੋ ਤੁਸੀਂ ਕਰਦੇ ਹੋ ਉਹਦੇ ਉਲਟ ਪਏ ਹੋ। 20 ਤਰੀਕ ਨਿਕਲ ਚੁੱਕੀ ਹੈ, ਡੱਬੇ 'ਚ ਵੋਟਾਂ ਪੈ ਚੁੱਕੀਆਂ। ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ। ਇਹਨੂੰ ਪੋਲੀਟੀਕਲ ਚਸ਼ਮਾ ਉਤਾਰ ਕੇ ਇਸ ਨੂੰ ਜਸਟਿਸ ਦੀ ਨਜ਼ਰ ਨਾਲ ਦੇਖੋ, ਹਿਊਮਨ ਰਾਈਟਸ ਦੀ ਨਜ਼ਰ ਨਾਲ ਦੇਖੋ। ਹਰੇਕ ਲਿਹਾਜ਼ ਨਾਲ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਹੈ। ਅਸੀਂ ਕਈ ਦਫਾ ਧਰਨੇ ਪ੍ਰਦਰਸ਼ਨ ਕੀਤੇ ਔਰ ਹੌਲੀ ਹੌਲੀ ਕਾਮਯਾਬੀ ਵੱਲ ਪਹੁੰਚੇ ਹਾਂ। ਅੱਜ ਇਹ ਵੀ ਕੌਮ ਨੂੰ ਦੱਸ ਦਈਏ ਕਿ ਅੱਜ ਵਰਕਿੰਗ ਡੇ ਵਾਲੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਬੀਬੀਆਂ ਨੇ, ਭਾਵੇਂ ਜਵਾਨ ਨੇ, ਭਾਵੇਂ ਬਜ਼ੁਰਗ ਨੇ, ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਪਤਵੰਤੇ ਸੱਜਣ ਨੇ, ਜਿਹੜੇ ਵੀ ਇੱਥੇ ਆਏ ਨੇ, ਇਹ ਆਪਣਾ ਸਮਾਂ ਕੱਢ ਕੇ ਆਏ ਨੇ। ਔਰ ਕੇਜਰੀਵਾਲ ਬਹੁਤਾ ਚਿਰ ਪ੍ਰੋਫੈਸਰ ਭੁੱਲਰ ਨੂੰ ਅੰਦਰ ਨਹੀਂ ਰੱਖ ਸਕੇਗਾ। ਮਜਬੂਰ ਕਰ ਦਿਆਂਗੇ ਕਿ ਇਹਨਾਂ ਦੀ ਰਿਹਾਈ ਹੋਣੀ ਲਾਜ਼ਮੀ ਹੈ। ਮੈਂ ਸਮਝਦਾ ਕੌਮ ਦੇ ਏਜੰਡੇ ਤੇ ਹੈ। ਇਹਦੇ 'ਚ ਮਨਜੀਤ ਸਿੰਘ ਜਾਂ ਕੋਈ ਪੋਲੀਟੀਕਲ ਪਾਰਟੀ ਨਹੀਂ। ਅੱਜ ਇੱਥੇ ਅਸੀਂ ਸਾਰੀ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਸਾਰੀ ਕੌਮ ਦੀ ਆਵਾਜ਼ ਹੈ ਕਿ ਪ੍ਰੋਫੈਸਰ ਭੁੱਲਰ ਰਿਹਾ ਹੋਣਾ ਚਾਹੀਦਾ ਹੈ। ਮੈਂ ਇੱਕ ਜਕਾਰਾ ਛੱਡਾਂਗਾ, ਬੁਲੰਦ ਆਵਾਜ਼ 'ਚ ਜਵਾਬ ਦਿਓ ਤਾਂ ਕਿ ਇਹਦੇ ਕੰਨਾਂ ਤੱਕ ਆਵਾਜ਼ ਜਾਵੇ ਕਿ ਕੌਮ ਕੀ ਚਾਹੁੰਦੀ ਹੈ। ਅਸੀਂ ਭੁੱਲਰ ਸਾਹਿਬ ਦੀ ਰਿਹਾਈ ਚਾਹੁੰਦੇ ਹਾਂ। ਔਰ ਹੁਣ ਇਸ ਤੋਂ ਬਾਅਦ ਜਿਵੇਂ ਡਾਕਟਰ ਪਰਮਿੰਦਰਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਇਹਦੀ ਜਿਹੜੀ ਕਿਤਾਬ ਹੈ ਸਵਰਾਜ, ਉਸ ਨੂੰ ਵੀ ਸਾੜਿਆ ਜਾਏਗਾ ਤਾਂ ਕਿ ਤੇਰੇ ਝੂਠ ਦੇ ਤੂੰ ਉਹ ਅੰਨਾ ਹਜ਼ਾਰੇ ਨੂੰ ਵਾਅਦਾ ਕੀਤਾ ਸੀ ਲੋਕਪਾਲ, ਜਿਹਦੇ ਉੱਤੇ ਤੂੰ ਆਇਆ ਸੀ, ਤੂੰ ਲੋਕਪਾਲ ਅੱਜ ਤੱਕ ਨਹੀਂ ਲਾਇਆ। ਮੈਂ ਸਮਝਦਾ ਵਾਂ ਕਿ ਸਾਨੂੰ ਤੇਰੇ ਬਾਕੀ ਝੂਠਾਂ ਨਾਲ ਕੋਈ ਲੈਣ ਦੇਣ ਨਹੀਂ। ਸਾਨੂੰ ਸਾਡੇ ਆਪਣੇ ਹੱਕਾਂ ਨਾਲ ਹੈ। ਇਹ ਕੌਮ ਲੜਨਾ ਜਾਣਦੀ ਹੈ, ਜੂਝਦਾ ਜਾਣਦੀ ਹੈ। ਔਰ ਆਉਣ ਵਾਲੇ ਸਮੇਂ 'ਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਇਹ ਕੌਮ ਕਰਾਏਗੀ। ਕੋਈ ਇੱਕ ਸਿੱਖ, ਇੱਕ ਜਥੇਬੰਦੀ ਨਹੀਂ ਕਰਾਏਗੀ, ਪੂਰੀ ਕੌਮ ਰਲ ਕੇ ਕਰਾਏਗੀ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।